ਓਏ ਸ਼ਰਮਾ ਜੀ, ਇਹ ਬੇਫਿਕਰ ਦੀ ਉਮਰ ਦੇ ਵਿੱਚ ਇਹ ਗੋਡਿਆਂ ਦਾ ਦਰਦ ਲਈ ਕਿਉਂ ਬੈਠੇ ਹੋ? ਹਾਂ, ਹਰ ਕਿਸੇ ਦੀ ਕਿਸਮਤ ਤੁਹਾਡੇ ਵਰਗੀ ਨਹੀਂ ਹੁੰਦੀ ਅਨੂਪ ਜੀ, ਜਿਨ੍ਹਾਂ ਦੇ ਗੋਡੇ ਵੀ ਠੀਕ ਤੇ ਦਿਲ ਵੀ ਮਸਤ। ਅੱਛਾ ਬਈ, ਮੈਂ ਤੁਹਾਡੇ ਦਿਲ ਦਾ ਦਰਦ ਤਾਂ ਨਹੀਂ ਦੂਰ ਕਰ ਸਕਦਾ, ਪਰ ਤੁਹਾਡੇ ਗੋਡਿਆਂ ਦਾ ਦਰਦ ਦੂਰ ਕਰ ਸਕਦਾ ਹਾਂ। ਇਹ ਹੈ ਆਰਥੋਬਾਮ। ਇਹਨੂੰ ਲਾਓ ਅਤੇ ਸਾਰੇ ਦਰਦਾਂ ਤੋਂ ਆਰਾਮ ਪਾਓ। ਤੁਸੀਂ ਕਿਸੇ ਦੇ ਦਿਲ ਦਾ ਦਰਦ ਤਾਂ ਨਹੀਂ ਦੂਰ ਕਰ ਸਕਦੇ, ਪਰ ਗੋਡਿਆਂ ਦਾ ਦਰਦ ਤਾਂ ਦੂਰ ਕਰ ਸਕਦੇ ਹੋ। ਹਰ ਦਰਦ ਨੂੰ ਕਰੇ ਨਾਕਾਮ ਡੀ ਮਾਰਕ ਆਰਥੋਬਾਮ। शापित जिन। ਸ਼ਾਹਿਦਾ ਦਾ 2 ਸਾਲ ਪਹਿਲਾਂ ਹੀ ਵਿਆਹ ਹੋਇਆ ਸੀ, ਪਰ ਇੱਕ ਦੁਰਘਟਨਾ ਕਰਕੇ ਉਹਦੇ ਪਤੀ ਦੀ ਮੌਤ ਹੋ ਗਈ ਸੀ। ਵਿਧਵਾ ਹੋਣ ਤੋਂ ਬਾਅਦ ਸ਼ਾਹਿਦਾ ਆਪਦੇ ਬੇਬੇ ਬਾਪੂ ਦੇ ਨਾਲ ਹੀ ਰਹਿੰਦੀ ਸੀ। ਹੱਲੇ ਸ਼ਾਹਿਦਾ ਸਿਰਫ 22 ਸਾਲ ਦੀ ਹੀ ਸੀ। ਜਵਾਨ ਸਰੀਰ, ਮੂੰਹ ਤੇ ਚੰਨ ਤੋਂ ਵੀ ਜ਼ਿਆਦਾ ਚਮਕ ਅਤੇ ਭੂਰੀਆਂ ਅੱਖਾਂ ਵਾਲੀ ਸ਼ਾਹਿਦਾ ਵਿਧਵਾ ਹੋਣ ਤੋਂ ਬਾਅਦ ਹੀ ਉਹਦੇ ਬੇਬੇ ਬਾਪੂ ਜੀ ਉਹਦੇ ਲਈ ਇੱਕ ਹੋਰ ਨਵਾਂ ਰਿਸ਼ਤਾ ਲੱਭ ਰਹੇ ਸੀ। ਹੱਲੇ ਵੀ ਉਹਦੇ ਕੋਲ ਰਿਸ਼ਤਿਆਂ ਦੀ ਕੋਈ ਕਮੀ ਨਹੀਂ ਸੀ। ਇਸ ਦੇ ਵਿੱਚ ਹੀ ਉਹਦੇ ਕੋਲ ਅਬਦੁਲ ਨਾਮ ਦੇ ਮੁੰਡੇ ਦਾ ਰਿਸ਼ਤਾ ਆਇਆ, ਜਿਹੜਾ ਲਗਭਗ 30 ਸਾਲ ਦਾ ਹੀ ਸੀ। ਅਬਦੁਲ ਕਾਫੀ ਅਮੀਰ ਅਤੇ ਵੱਡੇ ਘਰ ਤੋਂ ਸੀ। ਉਹਦੇ ਪੈਸੇ ਦੇਖ ਕੇ ਉਹਦੇ ਬੇਬੇ ਬਾਪੂ ਜੀ ਨੇ ਉਹਦਾ ਵਿਆਹ ਅਬਦੁਲ ਨਾਲ ਤੈਅ ਕਰ ਦਿੱਤਾ। ਕੁਝ ਹੀ ਦਿਨਾਂ ਵਿੱਚ ਸ਼ਾਹਿਦਾ ਅਬਦੁਲ ਦੀ ਵਹੁਟੀ ਬਣ ਕੇ ਉਹਦੇ ਘਰ ਦੇ ਲਈ ਨਿਕਲ ਗਈ। ਸ਼ਾਹਿਦਾ ਥੋੜੀ ਘਬਰਾਈ ਹੋਈ ਸੀ, ਜਿਹਨੂੰ ਦੇਖ ਕੇ ਅਬਦੁਲ ਨੇ ਉਹਨੂੰ ਕਿਹਾ, ਦੇਖੋ ਘਬਰਾਓ ਨਾ, ਉਹ ਤੁਹਾਡਾ ਹੀ ਘਰ ਹੈ। ਹਾਂ, ਨਹੀਂ, ਉਹ ਗੱਲ ਨਹੀਂ ਹੈ। ਤਾਂ ਫੇਰ ਕੀ ਗੱਲ ਹੈ? ਉਹ ਮੇਰੇ ਪਹਿਲੇ ਪਤੀ ਦੀ ਮੌਤ ਕਾਰ ਐਕਸੀਡੈਂਟ ਨਾਲ ਹੋਈ ਸੀ ਨਾ, ਤਾਂ ਮੈਂ ਥੋੜਾ ਡਰ ਜਾਨੀ ਆ। ਪਿਛਲੀਆਂ ਗੱਲਾਂ ਨੂੰ ਦਿਲ ਵਿੱਚ ਰੱਖੋਗੇ ਤਾਂ ਦਿੱਕਤ ਤਾਂ ਹੋਊਗੀ ਨਾ। ਅਬਦੁਲ ਦੀ ਇਹ ਗੱਲ ਸੁਣ ਕੇ ਸ਼ਾਹਿਦਾ ਥੋੜੀ ਸ਼ਾਂਤ ਹੋ ਗਈ। ਕੁਝ ਹੀ ਦੇਰ ਵਿੱਚ ਦੋਵੇਂ ਅਬਦੁਲ ਦੇ ਘਰ ਪਹੁੰਚ ਗਏ। ਅਬਦੁਲ ਦਾ ਘਰ ਕਿਸੇ ਮਹਿਲ ਤੋਂ ਘੱਟ ਨਹੀਂ ਸੀ। ਚਾਰੇ ਪਾਸੇ ਚਮਕ ਹੀ ਚਮਕ ਸੀ। ਜਿਵੇਂ ਹੀ ਸ਼ਾਹਿਦਾ ਦਰਵਾਜ਼ੇ ਤੇ ਪਹੁੰਚੀ ਤਾਂ ਉੱਥੇ ਉਹਨੂੰ ਉਹਦੇ ਸਵਾਗਤ ਲਈ ਕੋਈ ਵੀ ਨਹੀਂ ਦਿਖਿਆ। ਇਹ ਵੇਖ ਕੇ ਸ਼ਾਹਿਦਾ ਸੋਚਾਂ ਵਿੱਚ ਪੈ ਗਈ। ਕੀ ਇਸ ਮਹਿਲ ਵਰਗੇ ਘਰ 'ਚ ਕੋਈ ਨਹੀਂ ਰਹਿੰਦਾ? ਕੀ ਸੋਚ ਰਹੀ ਹੈ? ਘਰ ਤਾਂ ਬਿਲਕੁਲ ਖਾਲੀ ਹੈ। ਮੇਰੇ ਘਰ ਵਿੱਚ ਮੇਰੇ ਤੋਂ ਬਿਨਾ ਹੋਰ ਕੋਈ ਨਹੀਂ ਰਹਿੰਦਾ। ਹੁਣ ਤੂੰ ਵੀ ਇਸ ਘਰ ਦਾ ਹਿੱਸਾ ਹੈ ਅਤੇ ਹੁਣ ਆਪਾਂ ਦੋਵੇਂ ਹੀ ਇੱਕ ਦੂਜੇ ਦਾ ਪਰਿਵਾਰ ਹਾਂ। ਸ਼ਾਹਿਦਾ ਥੱਕ ਗਈ ਸੀ, ਇਸ ਲਈ ਉਹ ਫਰੈਸ਼ ਹੋਣ ਦੇ ਲਈ ਆਪਦੇ ਕਮਰੇ ਵਿੱਚ ਚਲੀ ਗਈ। ਉੱਥੇ ਪਹੁੰਚਦੇ ਹੀ ਲਾਲ ਰੋਸ਼ਨੀ ਪੂਰੇ ਕਮਰੇ ਦੇ ਵਿੱਚ ਫੈਲੀ ਵੇਖ ਉਹ ਬਹੁਤ ਹੈਰਾਨ ਹੋਈ। ਇਹ ਲਾਲ ਲਾਈਟ ਕਮਰੇ ਦੇ ਵਿੱਚ ਕੌਣ ਜਲਾਉਂਦਾ ਹੈ? ਸ਼ਾਹਿਦਾ ਨੂੰ ਕੋਈ ਸਵਿਚ ਬੋਰਡ ਨਹੀਂ ਵਿਖਿਆ ਜਿਹਦੇ ਨਾਲ ਉਹ ਕੋਈ ਦੂਜੀ ਲਾਈਟ ਬਾਲ ਸਕੇ। ਉਸ ਰੋਸ਼ਨੀ ਦੇ ਵਿੱਚ ਹੀ ਸ਼ਾਹਿਦਾ ਬਾਥਰੂਮ ਵੱਲ ਚਲੀ ਗਈ, ਜਿੱਥੇ ਪਹੁੰਚਦਿਆਂ ਹੀ ਬਹੁਤ ਹੀ ਜ਼ਿਆਦਾ ਗੰਦੀ ਬਦਬੂ ਆ ਰਹੀ ਸੀ। ਆਪਣੇ ਨੇੜੇ ਤੇੜੇ ਦੇਖਣ ਤੇ ਉਹਨੂੰ ਕੁਝ ਵੀ ਨਹੀਂ ਵਿਖਿਆ, ਪਰ ਸਮੈਲ ਤਾਂ ਉੱਥੋਂ ਹੀ ਆ ਰਹੀ ਸੀ। ਸ਼ਾਹਿਦਾ ਨੇ ਜਿਵੇਂ ਤਿਵੇਂ ਕਰਕੇ ਕੱਪੜੇ ਬਦਲੇ ਅਤੇ ਬਾਹਰ ਆਉਣ ਲੱਗੀ, ਪਰ ਉਦੋਂ ਹੀ ਬਾਥਰੂਮ ਦੀ ਕੰਧ 'ਚੋਂ ਆਵਾਜ਼ ਆਉਣ ਲੱਗੀ। ਆਵਾਜ਼ ਸੁਣ ਕੇ ਸ਼ਾਹਿਦਾ ਘਬਰਾ ਗਈ ਤੇ ਐਨੇ 'ਚ ਹੀ ਅਬਦੁਲ ਉੱਥੇ ਆ ਗਿਆ। ਤੁਸੀਂ ਠੀਕ ਤਾਂ ਹੋ ਨਾ? ਹਾਂ, ਤੁਹਾਨੂੰ ਕੀ ਹੋਇਆ? ਤੁਹਾਨੂੰ ਸਾਹ ਕਿਉਂ ਚੜਿਆ ਹੋਇਆ ਹੈ? ਹਾਂ, ਨਹੀਂ ਕੁਛ ਨਹੀਂ। ਚਲੋ ਕੁਝ ਖਾ ਲਓ, ਭੁੱਖ ਲੱਗੀ ਹੋਊਗੀ ਨਾ ਤੁਹਾਨੂੰ। ਸ਼ਾਹਿਦਾ ਅਤੇ ਅਬਦੁਲ ਥੱਲੇ ਖਾਣਾ ਖਾਣ ਦੇ ਲਈ ਆਏ। ਦੋਵੇਂ ਖਾਣਾ ਖਾਣ ਲੱਗੇ ਤੇ ਉਦੋਂ ਹੀ ਅਚਾਨਕ ਸ਼ਾਹਿਦਾ ਦੀ ਥਾਲੀ ਦੇ ਵਿੱਚ ਇੱਕ ਅੱਧਾ ਕਟਿਆ ਮੁਰਗਾ ਅੱਡ ਗਿਆ, ਜਿਹਨੂੰ ਦੇਖ ਕੇ ਸ਼ਾਹਿਦਾ ਜ਼ੋਰ ਦੀ ਚੀਕੀ, ਇਹ ਕੀ ਹੈ? ਅਬਦੁਲ ਵੀ ਡਰ ਦੇ ਮਾਰੇ ਕੰਬਣ ਲੱਗਿਆ। ਥਾਲੀ ਵਿੱਚ ਪਏ ਉਸ ਮੁਰਗੇ ਨੂੰ ਦੇਖ ਕੇ ਦੋਵੇਂ ਡਰ ਦੇ ਮਾਰੇ ਕੰਬਣ ਲੱਗੇ। ਸ਼ਾਹਿਦਾ ਨੂੰ ਹੁਣ ਕੁਝ ਵੀ ਨਹੀਂ ਸਮਝ ਆ ਰਿਹਾ ਸੀ, ਜਿਸ ਤੋਂ ਬਾਅਦ ਅਬਦੁਲ ਨੇ ਬੋਲਿਆ, ਤੁਸੀਂ ਆਪਦੇ ਕਮਰੇ ਦੇ ਵਿੱਚ ਚਲੇ ਜਾਓ, ਮੈਂ ਇੱਥੇ ਸਭ ਕੁਝ ਸਾਫ਼ ਕਰ ਦਿੰਦਾ ਹਾਂ। ਪਰ ਇਹ ਹੋਇਆ ਕਿਵੇਂ? ਉਹ ਨੇੜੇ ਹੀ ਇੱਕ ਮੀਟ ਦੀ ਦੁਕਾਨ ਹੈ, ਤਾਂ ਸ਼ਾਇਦ ਉੱਥੋਂ ਹੀ ਗਿਰ ਗਿਆ ਹੋਵੇ। ਇਹ ਸੁਣ ਕੇ ਸ਼ਾਹਿਦਾ ਚੁੱਪਚਾਪ ਆਪਦੇ ਕਮਰੇ ਦੇ ਵਿੱਚ ਚਲੀ ਗਈ।
ਡਰ ਦੇ ਮਾਰੇ ਕੰਬ ਰਹੀ ਸ਼ਾਹਿਦਾ ਨੂੰ ਆਪਦੇ ਕਮਰੇ ਦੇ ਵਿੱਚ ਕਿਸੇ ਦੇ ਹੋਣ ਦਾ ਅਹਿਸਾਸ ਹੋਇਆ। ਸ਼ਾਹਿਦਾ ਆਪਦੀ ਨਜ਼ਰ ਦੇ ਨਾਲ ਕਮਰੇ ਨੂੰ ਦੇਖਣ ਲੱਗੀ। ਕੌਣ ਹੈ? ਦੇਖ ਕੇ ਸ਼ਾਹਿਦਾ ਬਾਥਰੂਮ ਵੱਲ ਭੱਜੀ, ਜਿੱਥੇ ਬੋ ਹੋਰ ਵੀ ਤੇਜ਼ ਆ ਰਹੀ ਸੀ। ਬਾਥਰੂਮ ਦੇ ਵਿੱਚ ਲੱਗਿਆ ਸ਼ੀਸ਼ਾ ਜ਼ੋਰ-ਜ਼ੋਰ ਦੀ ਹਿਲ ਰਿਹਾ ਸੀ। ਫਿਰ ਅਚਾਨਕ ਉਹ ਸ਼ੀਸ਼ਾ ਥੱਲੇ ਜਾ ਡਿੱਗਿਆ। ਉਦੋਂ ਹੀ ਸ਼ਾਹਿਦਾ ਦੀ ਨਜ਼ਰ ਸ਼ੀਸ਼ੇ ਦੀ ਜਗ੍ਹਾ ਤੇ ਪਈ, ਜਿੱਥੋਂ ਕਿਸੇ ਦੂਜੇ ਕਮਰੇ ਦਾ ਰਾਹ ਜਾ ਰਿਹਾ ਸੀ। ਸ਼ਾਹਿਦਾ ਉੱਥੇ ਹੀ ਜਾਣ ਲੱਗੀ। ਦੂਜੇ ਕਮਰੇ ਦੇ ਵਿੱਚ ਹਨੇਰਾ ਸੀ। ਜਿੰਨੀ ਅੰਦਰ ਸ਼ਾਹਿਦਾ ਜਾ ਰਹੀ ਸੀ, ਓਨੀ ਤੇਜ਼ ਬੋ ਉਹਨੂੰ ਆ ਰਹੀ ਸੀ। ਚਲਦੇ ਚਲਦੇ ਸ਼ਾਹਿਦਾ ਦਾ ਪੈਰ ਕਿਸੇ ਨਾਲ ਟਕਰਾ ਗਿਆ। ਸ਼ਾਹਿਦਾ ਨੇ ਜਿਵੇਂ ਹੀ ਅੰਦਾਜ਼ੇ ਨਾਲ ਉਸ ਚੀਜ਼ ਨੂੰ ਚੱਕਿਆ, ਕਮਰੇ ਦੇ ਵਿੱਚ ਲਾਲ ਰੋਸ਼ਨੀ ਆਪਣੇ ਆਪ ਆ ਗਈ। ਉਸ ਰੋਸ਼ਨੀ ਦੀ ਮਦਦ ਦੇ ਨਾਲ ਜਦੋਂ ਸ਼ਾਹਿਦਾ ਦੀ ਨਜ਼ਰ ਆਪਦੇ ਹੱਥਾਂ ਤੇ ਪਈ ਤਾਂ ਉਹ ਡਰ ਦੇ ਮਾਰੇ ਚੀਕਣ ਲੱਗੀ। ਪੂਰੇ ਕਮਰੇ 'ਚ ਜਦ ਸ਼ਾਹਿਦਾ ਦੀ ਨਜ਼ਰ ਪਈ ਤਾਂ ਉੱਥੇ ਕਾਫੀ ਜਾਨਵਰਾਂ ਦੀਆਂ ਲਾਸ਼ਾਂ ਅਤੇ ਮਾਂਸ ਪਿਆ ਹੋਇਆ ਸੀ। ਸਾਰਾ ਕਮਰਾ ਖੂਨ ਨਾਲ ਲਿਬੜਿਆ ਹੋਇਆ ਸੀ। ਇਹ ਕੀ ਹੈ? ਡਰ ਦੇ ਮਾਰੇ ਕੰਬ ਰਹੀ ਸ਼ਾਹਿਦਾ ਨੇ ਉਹਨੂੰ ਆਪਦੇ ਹੱਥਾਂ 'ਚੋਂ ਸੁੱਟ ਦਿੱਤਾ ਅਤੇ ਉਹ ਤੇਜ਼ੀ ਨਾਲ ਭੱਜਣ ਲੱਗੀ। ਪਰ ਕਮਰੇ ਦਾ ਦਰਵਾਜ਼ਾ ਆਪੇ ਹੀ ਬੰਦ ਹੋਣ ਲੱਗਿਆ। ਸ਼ਾਹਿਦਾ ਜਿਵੇਂ ਹੀ ਮੁੜੀ ਤਾਂ ਉਹਨੇ ਦੇਖਿਆ, ਆਪਦੇ ਸਾਹਮਣੇ ਦਾ ਨਜ਼ਾਰਾ ਦੇਖ ਸ਼ਾਹਿਦਾ ਕੁਝ ਦੇਰ ਦੇ ਲਈ ਸੁੰਨ ਹੋ ਗਈ। ਉਹਦੇ ਸਾਹ ਜ਼ੋਰ-ਜ਼ੋਰ ਦੀ ਚੱਲਣ ਲੱਗੇ। ਇੰਜ ਲੱਗ ਰਿਹਾ ਸੀ ਜਿਵੇਂ ਕਿ ਮੰਨੋ ਸ਼ਾਹਿਦਾ ਦੀ ਜ਼ੁਬਾਨ ਚਲੀ ਗਈ ਹੋਵੇ। ਸੰਗ 'ਚ ਫਸੇ ਸ਼ਬਦਾਂ ਨੂੰ ਸ਼ਾਹਿਦਾ ਨੇ ਕੱਢਣਾ ਸ਼ੁਰੂ ਕੀਤਾ। ਕੌਣ ਹੋ ਤੁਸੀਂ? ਸ਼ਾਹਿਦਾ, ਸ਼ਾਹਿਦਾ, ਤੁਸੀਂ ਠੀਕ ਤਾਂ ਹੋ ਨਾ? ਤੇ ਤੁਸੀਂ ਇੱਥੇ ਕੀ ਕਰ ਰਹੇ ਹੋ? ਬਾਹਰ ਚੱਲੋ, ਇੱਥੇ ਰਹਿਣਾ ਠੀਕ ਨਹੀਂ ਹੈ। ਅਬਦੁਲ ਨੇ ਸ਼ਾਹਿਦਾ ਨੂੰ ਬਾਹਰ ਚੱਲਣ ਦੇ ਲਈ ਕਿਹਾ, ਪਰ ਸ਼ਾਹਿਦਾ ਕਿਸੇ ਜਿੰਦਾ ਪੁਤਲੇ ਵਾਂਗੂ ਉੱਥੇ ਹੀ ਖੜੀ ਰਹੀ। ਅਬਦੁਲ ਨੇ ਸ਼ਾਹਿਦਾ ਨੂੰ ਦੁਬਾਰਾ ਆਵਾਜ਼ ਲਗਾਈ, ਤੁਸੀਂ ਕੁਝ ਬੋਲ ਕਿਉਂ ਨਹੀਂ ਰਹੇ? ਪਰ ਸ਼ਾਹਿਦਾ ਨੇ ਕੋਈ ਜਵਾਬ ਨਹੀਂ ਦਿੱਤਾ। ਜਿਸ ਤੋਂ ਬਾਅਦ ਅਬਦੁਲ ਉਹਦੇ ਕੋਲ ਗਿਆ ਅਤੇ ਸ਼ਾਹਿਦਾ ਦੇ ਮੋਢੇ ਤੇ ਆਪਣਾ ਹੱਥ ਰੱਖਿਆ। ਸ਼ਾਹਿਦਾ, ਹੱਥ ਨਾ ਲਾ ਮੈਨੂੰ। ਸ਼ਾਹਿਦਾ, ਐਨੀ ਸੋਹਣੀ ਮੁਟਿਆਰ ਨੂੰ ਤੂੰ ਮੇਰੇ ਤੋਂ ਦੂਰ ਰੱਖਿਆ। ਕਿਹਾ ਸੀ ਨਾ ਕਿ ਵਿਆਹ ਦੀ ਪਹਿਲੀ ਰਾਤ ਨੂੰ ਤੂੰ ਆਪਦੀ ਪਤਨੀ ਨੂੰ ਮੇਰੇ ਹਵਾਲੇ ਕਰੇਗਾ। ਤੁਸੀਂ ਇਹਨੂੰ ਛੱਡ ਦਿਓ। ਇਹ ਮੇਰੀ ਚੌਥੀ ਵੋਟੀ ਹੈ। ਹਰ ਵਾਰ ਮੈਂ ਤੁਹਾਡੇ ਸਾਹਮਣੇ ਆਪਦੇ ਵੋਟੀ ਨੂੰ ਲੈ ਕੇ ਆਉਂਦਾ ਹਾਂ, ਪਰ ਇਸ ਵਾਰ ਅੱਲਾ ਦੇ ਨਾਮ ਤੇ ਇਹਨੂੰ ਛੱਡ ਦਿਓ। ਮੈਂ ਇਹਦੇ ਨਾਲ ਪਿਆਰ ਕਰਦਾ ਹਾਂ। ਪਿਆਰ? ਚਲਾ ਜਾ ਇੱਥੋਂ ਅਤੇ ਕਿਸੇ ਹੋਰ ਕੁੜੀ ਨੂੰ ਲੱਭ ਆਪਦੀ ਵੋਟੀ ਬਣਾਉਣ ਦੇ ਲਈ। ਪਿਛਲੇ 25 ਸਾਲਾਂ ਤੋਂ ਤੂੰ ਸਾਡੇ ਘਰ ਦੀ ਹਰ ਔਰਤ ਨੂੰ ਇੰਜ ਹੀ ਆਪਦੀ ਕੈਦ ਦੇ ਵਿੱਚ ਕਰਦਾ ਆ ਰਿਹਾ ਹੈ ਅਤੇ ਉਹਨਾਂ ਦਾ ਇਸਤੇਮਾਲ ਕਰਕੇ ਉਹਨਾਂ ਨੂੰ ਜਾਨਵਰਾਂ ਵਾਂਗੂ ਮਾਰ ਦਿੰਦਾ ਹੈ। ਪਰ ਇਸ ਵਾਰ ਹੋਰ ਨਹੀਂ। ਮੈਂ ਸ਼ਾਹਿਦਾ ਨੂੰ ਤੈਨੂੰ ਹੱਥ ਵੀ ਨਹੀਂ ਲਗਾਉਣ ਦਿੰਦਾ। ਲੱਗਦਾ ਹੈ ਹੁਣ ਤੇਰੇ ਦਿਨ ਪੂਰੇ ਹੋ ਗਏ। ਤੇਰਾ ਇਹ ਸ਼ਰੀਰ ਹੁਣ ਮੇਰਾ ਹੋਇਆ ਅਬਦੁਲ। ਸ਼ਾਹਿਦਾ ਅਤੇ ਅਬਦੁਲ ਦਾ ਮਰਿਆ ਹੋਇਆ ਸ਼ਰੀਰ ਹੁਣ ਇਸ ਖੌਫਨਾਕ ਜਿੰਨ ਦੇ ਹੱਥਾਂ ਦੇ ਵਿੱਚ ਸੀ। ਸ਼ਾਹਿਦਾ ਨੂੰ ਚੱਕ ਕੇ ਉਹ ਉਸ ਕਮਰੇ ਦੇ ਵਿੱਚ ਲੈ ਗਿਆ। ਛੱਡੋ ਮੈਨੂੰ ਜਾਣ ਦਿਓ। ਅੱਲਾ ਦੇ ਲਈ ਮੈਨੂੰ ਜਾਣ ਦਿਓ।
ਹੁਣ ਜਿੰਨ ਆਜ਼ਾਦ ਸੀ ਆਪ ਦੇ ਅਗਲੇ ਸ਼ਿਕਾਰ ਦੇ ਲਈ। ਜੇ ਤੁਹਾਨੂੰ ਇਹ ਵੀਡੀਓ ਪਸੰਦ ਆਇਆ ਹੋਵੇ ਤਾਂ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਓ ਤੇ ਸਭ ਤੋਂ ਪਹਿਲਾਂ ਸਾਡੇ ਵੀਡੀਓਜ਼ ਦੇਖਣ ਲਈ ਚੈਨਲ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ। ਤੁਸੀਂ ਕਿਸੇ ਦੇ ਦਿਲ ਦਾ ਦਰਦ ਤਾਂ ਨਹੀਂ ਦੂਰ ਕਰ ਸਕਦੇ, ਪਰ ਗੋਡਿਆਂ ਦਾ ਦਰਦ ਤਾਂ ਦੂਰ ਕਰ ਸਕਦੇ ਹੋ। ਹਰ ਦਰਦ ਨੂੰ ਕਰੇ ਨਾਕਾਮ ਡੀ ਮਾਰਕ ਆਰਥੋਬਾਮ।